ਸ਼ਲੋਕ ਮਹਿਲਾ ਤੀਜਾ। ਇਹ ਸਭ ਕਿਛ ਆਵਣ ਜਾਣ ਹੈ, ਜੇਤਾ ਹੈ ਆਕਾਰ। ਜਿਨ ਇਹ ਲੇਖਾ ਲਿਖਿਆ, ਸੋ ਹੋਆ ਪ੍ਰਵਾਨ। ਨਾਨਕ ਜੇ ਕੋ ਆਪ ਗਣਾਇਂਦਾ, ਸੋ ਮੂਰਖ ਗਾਵਾਰ। ਮਹਿਲਾ ਤੀਜਾ। ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜਾਂ ਖਿੰਚੇ ਤਾਂ ਜਾਏ। ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਫਿਰ ਉਜੜ ਪਾਏ। ਪੌੜੀ। ਤਿਸ ਆਗੇ ਅਰਦਾਸ, ਜਿਨੂੰ ਉਪਾਇਆ। ਸਤਿਗੁਰ ਆਪਣਾ ਸੇਵ, ਸਭ ਫਲ ਪਾਇਆ। ਅੰਮ੍ਰਿਤ ਹਰਿ ਕਾ ਨਾਉ, ਸਦਾ ਧਿਆਇਆ। ਸੰਤ ਜਨਾਂ ਕੈ ਸੰਗ, ਦੁਖ ਮਿਟਾਇਆ। ਨਾਨਕ ਭੈ ਅਚਿੰਤ, ਹਰ ਧਨ ਨਿਹ ਚਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਗੁਰਬਾਣੀ ਦਾ ਪਾਠ ਕਰਨ ਅਤੇ ਕੀਤੇ ਹੋਏ ਪਾਠ 'ਚ ਵਿਚਾਰ ਕਰਨ ਨਾਲ ਪੂਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵਰਗੇ ਜਗਿਆਸੂਆਂ ਦੇ ਮਨਾਂ ਵਿੱਚ ਪੈਦਾ ਹੋਣ ਵਾਲੇ ਸਵਾਲਾਂ ਦੇ ਪਰਫੈਕਟ ਉੱਤਰ ਦਿੰਦੇ ਹਨ, ਜਿਸ ਉੱਤਰ ਨੂੰ ਸੁਣ ਕੇ ਸਮਝ ਕੇ ਸਾਡੀ ਤਸੱਲੀ ਹੋ ਸਕਦੀ। ਅੱਜ ਬਹੁ ਗਿਣਤੀ ਵਿੱਚ ਗੁਰੂ ਘਰ ਦੇ ਉੱਤੇ ਸ਼ਰਧਾ ਰੱਖਣ ਵਾਲੇ ਮਾਈ ਭਾਈ ਆਪ ਗੁਰਬਾਣੀ ਦਾ ਪਾਠ ਅਤੇ ਵਿਚਾਰ ਨਾ ਕਰਨ ਕਰਕੇ ਭਟਕ ਰਹੇ ਨੇ ਤੇ ਫਿਰ ਉਹ ਬਾਬਿਆਂ ਕੋਲ ਜਾਂਦੇ ਹਨ। ਖਿਮਾ ਕਰਨਾ, ਮੈਂ ਕਿਸੇ ਇੱਕ ਬਾਬੇ ਦੀ ਗੱਲ ਨਹੀਂ ਕਰ ਰਿਹਾ। ਜਿਹੜੇ ਬਾਬੇ ਫਿਰ ਆਪਣੇ ਮਨ ਘੜੰਤ ਸਵਾਲਾਂ ਦੇ ਜਵਾਬ ਦੇ ਕੇ ਭੋਲੇ ਭਾਲੇ ਸ਼ਰਧਾਲੂਆਂ ਨੂੰ ਗੁੰਮਰਾਹ ਕਰਦੇ। ਅੱਜ ਹੀ ਇੱਕ ਬੀਬਾ ਜੀ ਮਿਲਣ ਆਏ, ਕਹਿੰਦੇ ਬਾਬਾ ਜੀ ਪਾਠ ਕਰਨ ਤੋਂ ਪਹਿਲਾਂ ਹਰ ਵਾਰੀ ਇਸ਼ਨਾਨ ਕਰਨਾ ਚਾਹੀਦਾ। ਕੁਝ ਬਾਬੇ ਇਸ ਤਰ੍ਹਾਂ ਕਹਿੰਦੇ ਹਨ। ਮੈਂ ਸਮਝ ਗਿਆ। ਮੈਂ ਕਿਹਾ ਬੇਟਾ, ਇਸ਼ਨਾਨ ਤੇ ਸਵੇਰੇ ਇੱਕ ਵਾਰੀ ਕਰ ਲਿਆ ਉਹੀ ਠੀਕ। ਅਸੀਂ ਬ੍ਰਾਹਮਣ ਨਹੀਂ ਹੈਗੇ, ਅਸੀਂ ਕਰਮਕਾਂਡੀ ਨਹੀਂ ਹੈਗੇ। ਮੈਂ ਕਿਹਾ ਜਿੰਨੇ ਬਾਬਿਆਂ ਕੋਲ ਜਾਓਗੇ, ਉਹ ਬਾਬੇ ਆਪਣੀ ਆਪਣੀ ਮਤ ਮੁਤਾਬਕ ਤੁਹਾਨੂੰ ਕੁਝ ਕਹਿ ਦੇਣ। ਤੁਸੀਂ ਬਾਬਿਆਂ ਦੇ ਬਾਬੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ, ਆਪ ਬਾਣੀ ਪੜ੍ਹੋ। ਸਾਡੇ ਸਤਿਗੁਰੂ ਦਾ ਫਰਮਾਨ ਤੇ ਇਹ ਹੈ ਕਿ ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਪੌ ਲੱਥੀ ਨਾਤਿਆਂ, ਦੋਏ ਪਾ ਚੜੀਅਸ ਹੋਰ। ਬਾਹਰੋਂ ਧੋਤੀ ਤੂੰਬੜੀ, ਅੰਦਰ ਵਿਸ ਨਕੋਰ। ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਹੁਣ ਇਹਦੀ ਵਿਆਖਿਆ ਕਰਨ ਦੀ ਲੋੜ ਹੈ। ਹਾਂ, ਸਰੀਰਕ ਤੌਰ ਤੇ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਇਹ ਵਿਧੀ ਹੈ, ਮਰਿਆਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਗੁਰਸਿੱਖ ਭਲਕੇ ਉੱਠ ਕਰ, ਅੰਮ੍ਰਿਤ ਵੇਲੇ ਸਰ ਨਾ ਬੰਦਾ।
ਇਹ ਵੱਖਰੀ ਗੱਲ ਹੈ ਕਿ ਉਦੋਂ ਸਰੋਵਰਾਂ 'ਤੇ ਇਸ਼ਨਾਨ, ਨਦੀਆਂ 'ਤੇ ਇਸ਼ਨਾਨ, ਖੂਹਾਂ 'ਤੇ ਇਸ਼ਨਾਨ ਕੀਤਾ ਜਾਂਦਾ ਸੀ। ਅੱਜ ਵਾਟਰ ਸਿਸਟਮ ਹੈ, ਹਰ ਘਰ ਦੇ ਗੁਸਲਖਾਨੇ ਵਿੱਚ ਟੂਟੀ ਹੈ, ਤੱਤੇ ਠੰਡੇ ਜਲ ਦਾ ਵੀ ਪ੍ਰਬੰਧ ਹੈ। ਹੁਣ ਉਹ ਤਰੀਕਾ ਅਸੀਂ ਲੱਭਦੇ ਫਿਰੀਏ ਵੀ ਹੁਣ ਕਿਸੇ ਨਹਿਰ 'ਤੇ ਨਹਾਉਣ ਜਾਈਏ, ਨਹੀਂ। ਗੱਲ ਨੂੰ ਸਮਝੋ। ਤੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬੋਲ ਹਨ, ਇਹਨਾਂ ਦਾ ਜਿਹੜਾ ਉਪਦੇਸ਼ ਹੈ, ਉਹ ਤਾਂ ਸਮੁੰਦਰ ਕੁੱਜੇ ਵਿੱਚ ਬੰਦ ਕੀਤਾ ਹੋਇਆ। ਅਸੀਂ ਵਿਚਾਰਨ ਦੇ ਖੁਣੋਂ ਨਾ ਵਿਚਾਰ ਕੇ ਇਹਨਾਂ ਵੱਖ-ਵੱਖ ਬਾਬਿਆਂ ਦੇ ਪਿੱਛੇ ਤੁਰੇ ਫਿਰਦੇ। ਉਹ ਫਿਰ ਜੋ ਕਹਿੰਦੇ ਨੇ ਉਹ ਅਸੀਂ ਅਨਮਨੇ ਜੇ ਮਨ ਨਾਲ ਮੰਨੀ ਜਾਂਦੇ। ਆਓ ਧੰਨ ਗੁਰੂ ਅਮਰਦਾਸ ਜੀ ਆਪਣਾ ਅਨੁਭਵ ਦੱਸ ਰਹੇ। ਉਹ ਵੀ ਤੀਰਥਾਂ 'ਤੇ ਜਾਂਦੇ ਸਨ, ਦਾਨ ਪੁੰਨ ਕਰਦੇ ਸਨ, ਸਾਰੇ ਕੰਮ ਕਰਦੇ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ, ਜਦੋਂ ਉਹਨਾਂ ਨੇ ਗੁਰੂ ਦੀ ਸੇਵਾ ਕਰਕੇ ਉਸ ਉੱਚੀ ਪਦਵੀ ਨੂੰ ਪ੍ਰਾਪਤ ਕਰ ਲਿਆ, ਅਤੇ ਫਿਰ ਉਹਨਾਂ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ, ਉਹ ਹੈ ਉਹਨਾਂ ਦੀ ਕਮਾਈ ਦਾ ਫਲ। ਲਓ, ਇਸ ਸ਼ਲੋਕ ਦੇ ਅੰਦਰ ਜੋ 3 ਪੰਕਤੀਆਂ ਦਾ ਸ਼ਲੋਕ ਹੈ, ਪਰ ਕਿਤਨਾ ਵੱਡਾ ਗਿਆਨ ਹੈ। ਇਹ ਸਭ ਕਿਛ ਆਵਣ ਜਾਣ ਹੈ, ਜੀਤਾ ਹੈ ਆਕਾਰ। ਹੁਣ ਅਖਰੀ ਅਰਥ ਕੋਈ ਔਖੇ ਨਹੀਂ। ਜੇਤਾ, ਜਿਤਨਾ ਆਕਾਰ, ਜਿਤਨੀ ਰਚਨਾ ਅਸੀਂ ਅੱਖਾਂ ਨਾਲ ਦੇਖ ਰਹੇ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ। ਕੋਈ ਭੁਲੇਖਾ ਰਹਿ ਗਿਆ? ਆਕਾਰ ਦਾ ਮਤਲਬ ਹੈ ਜੋ ਰਚਨਾ ਮੇਰੇ ਪਰਮਾਤਮਾ ਨੇ ਰਚੀ ਹੈ। ਇਹ ਸਭ ਕੁਛ ਆਵਣ ਜਾਣ ਹੈ। ਆਵਣ ਜਾਣ ਦਾ ਮਤਲਬ ਹੈ ਨਾਸ਼ਵੰਤ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜੋ ਕੁਝ ਅਸੀਂ ਅੱਖਾਂ ਨਾਲ ਤੱਕ ਰਹੇ ਹਾਂ, ਸਭ ਕੁਝ ਨਾਸ਼ ਹੋ ਜਾਂਦਾ। ਪੜ੍ਹੀ ਰੋਜ਼ ਜਾਂਦੇ ਹਾਂ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਜਬ ਉਦ ਕਰਖ ਕਰਾ ਕਰਤਾਰਾ, प्रजा धरत तब दे अपारा। जब या करख करत हो कब हूँ, तुम मैं मिलत देह तर सब हूँ। बाजीगर जैसे बाजी पाई, नाना रूप भेख दिखलाई। सांग उतार थम्यो पसारा, तब एको एकंकारा। ये सब किछ आवन जान है। इस ਲਈ ਬਾਬਾ ਜੀ ਨੇ ਕਿਹਾ ਹੈ ਕਿ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਇੱਕ ਤੋਂ ਬਿਨਾਂ ਬਾਕੀ ਸਭ ਕੁਝ ਨਾਸ਼ਵੰਤ। ਇਹ ਸਭ ਕੁਛ ਆਵਣ ਜਾਣ ਹੈ। ਹੁਣ ਸਭ ਕੁਛ ਦੇ ਜਦੋਂ ਅਰਥ ਕਰਾਂਗੇ, ਕੋਈ ਬਾਕੀ ਚੀਜ਼ ਰਹਿ ਗਈ? ਕੋਈ ਗੁੰਜਾਇਸ਼ ਰਹਿ ਗਈ ਵੀ ਕਿਹੜੀ ਕਿਹੜੀ ਚੀਜ਼ ਦੱਸੀ ਹੈ? ਸਭ ਕੁਛ ਦਾ ਮਤਲਬ ਹੈ ਆਲ, ਜੋ ਕੁਝ ਵੀ ਹੈ। ਇਹ ਸਭ ਆਵਣ ਜਾਣ ਹੈ। ਇਹ ਆਉਣ ਜਾਣਾ ਵਾਲਾ ਹੈ, ਭਾਵ ਨਾਸ ਹੋ ਜਾਂਦਾ। ਇਹ ਕਦੇ ਵੀ ਸਦਾ ਟਿਕੇ ਨਹੀਂ। ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਮਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵੰਦੇ, ਰਾਹ ਭੀੜੈ ਅੱਗੇ ਜਾਵਣਾ। ਨੰਗਾ ਦੋਜਕ ਚਾਲਿਆ, ਤਾਂ ਦਿਸੈ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ। ਇਹ ਸਭ ਕੁਛ ਆਵਣ ਜਾਣ ਹੈ। ਕਿੰਨੇ ਪ੍ਰਮਾਣ ਦਿੱਤੇ ਜਾਣ। ਉਪਜੈ ਨਿਪਜੈ ਨਿਪਜ ਸਮਾਈ, ਨੈਣਾ ਦੇਖਤ ਇਹ ਜਗ ਜਾਈ। लाज न मरो कहो घर मेरा, अंत की बार नहीं कछ तेरा।
आख्या जो कुछ देख रहे, गहरी करके नीम खुदाई, ऊपर मंडप छाए, मार कंडे ते को अधकाई, जिन तृण धर मूंड बुलाए। आख्या कोई चीज ऐसी नहीं जिहड़ी सदा रहे, स्वाए परमात्मा। ये सब किछ आमन जान है, जेता है आकार, जिन ए लेखा लिखिया, सो होआ परवान। जिन ते नन्हे नूं सियारी, जिन्हां ने, जिस मनुख ने ये गल समझ लई, अपने हिरदे दी तख्ती ते लिख लई, वो फिर इहदे नाल चंबड़दा नहीं, वो ਇਹਦੇ ਨਾਲ ਜੱਫੇ ਨਹੀਂ ਮਾਰਦਾ। ਉਹਨੂੰ ਇਹ ਗੱਲ ਹਰ ਵੇਲੇ ਧਿਆਨ ਵਿੱਚ ਰਹਿੰਦੀ ਕਿ ਜੋ ਕੁਝ ਇਹ ਨਜ਼ਰ ਆ ਰਿਹਾ ਸਭ ਨਾਸੁਬੰਦ। ਇਹ ਤਾਂ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਜਿਵੇਂ ਰਾਤ ਨੂੰ ਸੁੱਤਿਆਂ ਪਿਆਂ ਸੁਪਨਾ ਆਉਂਦਾ ਹੈ, ਅਸੀਂ ਸੁਪਨੇ ਵਿੱਚ ਕਈ ਵਾਰੀ ਖੁਸ਼ ਹੁੰਦੇ ਹਾਂ, ਕਈ ਵਾਰੀ ਰੋਣ ਲੱਗ ਪੈਂਦੇ ਹਾਂ, ਕਈ ਵਾਰੀ ਡਰਦੇ ਹਾਂ, ਪਰ ਜਦੋਂ ਜਾਗਦੇ ਹਾਂ ਤੇ ਸੁਪਨੇ ਦੀ ਕੋਈ ਚੀਜ਼ ਨਹੀਂ ਹੁੰਦੀ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਪਰ ਜਿਨ੍ਹਾਂ ਨੂੰ ਗੁਰੂ ਦੀ ਇਹ ਗੱਲ ਸਮਝ ਆ ਗਈ, ਉਹਨਾਂ ਨੇ ਇਹ ਲੇਖਾ ਲਿਖ ਲਿਆ, ਭਾਵ ਹਿਰਦੇ ਵਿੱਚ ਪਕਾ ਲਿਆ। ਭਾਈ ਗੁਰੂ ਨੇ ਇਹ ਗੱਲ ਸਮਝਾਈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ। ਭਾਈ ਇਹ ਸਭ ਕੁਝ ਨਾਸਵੰਤ ਹੈ, ਇਸ ਲਈ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਕਿਤਨੇ ਪ੍ਰਮਾਣ ਦਿੱਤੇ ਜਾਣ। ਐਸੋ ਇਹ ਸੰਸਾਰ ਭੀਖਨਾ, ਰਹਿਨ ਨ ਕੋ ਪਈਐ ਰੇ। ਸੂਦੇ ਸੂਦੇ ਰੇਗ ਚਲੋ ਤੁਮ, ਨਤਰ ਕੁਧ ਕਾਦ ਵਈਐ ਰੇ। ਬਾਰੇ ਬੂਢੇ ਤਰਨੇ ਭਈਆ, ਸਭ ਹੂੰ ਜਮ ਲੈ ਜਈਐ ਰੇ। ਧਨਵੰਤਾ ਅਰ ਨਿਰਧਨ ਮਨਈ, ਤਾਕੀ ਕਛੂ ਨ ਕਾਨੀ ਰੇ। ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਿਡਾਨੀ ਦੇ। ਜਿਨ ਇਹ ਲੇਖਾ ਲਿਖਿਆ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਇਹ ਲੇਖਾ ਲਿਖ ਲਿਆ, ਭਾਵ ਇਹ ਗੱਲ ਸਮਝ ਲਈ, ਉਹ ਫਿਰ ਇਸ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਨੂੰ ਜੱਫੇ ਨਹੀਂ ਮਾਰਦੇ, ਤੇ ਉਹ ਉਸ ਨਾਲ ਜੁੜਦੇ ਨਹੀਂ ਜਿਹੜਾ ਸਦਾ ਕਾਇਮ ਰਹਿਣ ਵਾਲਾ, ਉਹ ਹੈ ਪਰਮਾਤਮਾ। ਇਸੇ ਲਈ ਮਹਾਰਾਜ ਸਾਨੂੰ ਬਾਣੀ ਵਿੱਚ ਸਮਝਾਉਂਦੇ ਨੇ, ਭਾਈ ਮਰਨਾ ਸੱਚ ਤੇ ਜਿਉਣਾ ਝੂਠ। ਜਿਨੇ ਇਹ ਲੇਖਾ ਲਿਖਿਆ, ਸੋ ਹੋਆ ਪਰਵਾਨ। ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਪੈ ਗਏ, ਕਿਉਂਕਿ ਉਹ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਚੰਬੜਦਾ ਨਹੀਂ। ਉਹ ਸਮਝਦਾ ਕਿ ਮੈਂ ਤੇ ਸੰਸਾਰ ਵਿੱਚ ਇੱਕ ਮਹਿਮਾਨ ਵਰਗਾ, ਜਿਵੇਂ ਇੱਕ ਪ੍ਰਾਹੁਣਾ ਕਿਸੇ ਦੇ ਘਰ ਜਾਂਦਾ, ਉੱਥੇ ਸੌਂਦਾ ਹੈ, ਜਾਗਦਾ ਹੈ, ਰੋਟੀ ਖਾਂਦਾ ਹੈ, ਪਰ ਉਹਨੂੰ ਇਹ ਯਾਦ ਹੈ ਕਿ ਸਵੇਰੇ ਮੈਂ ਤੁਰ ਪੈਣਾ, ਸਵੇਰੇ ਮੈਂ ਤੋਂ ਚਲੇ ਜਾਵਾਂ। ਇਸੇ ਤਰ੍ਹਾਂ ਆਪਾਂ ਸਾਰੇ ਇਸ ਜਗਤ ਵਿੱਚ ਮਹਿਮਾਨ ਬਣ ਕੇ ਆਏ। ਜਿਨ ਇਹ ਲੇਖਾ ਲਿਖਿਆ, ਸੁਣਨਾ ਹੋਰ ਗੱਲ ਹੈ, ਪੜ੍ਹਨਾ ਹੋਰ ਗੱਲ ਹੈ, ਸੁਣਾਉਣਾ ਹੋਰ ਗੱਲ ਹੈ, ਪਰ ਇਸ ਗੱਲ ਨੂੰ ਮੰਨ ਲੈਣਾ ਇਹ ਹੈ ਲੇਖਾ ਲਿਖਿਆ, ਭਾਵ ਆਪਣੇ ਹਿਰਦੇ ਵਿੱਚ ਇਹ ਗੱਲ ਪੱਕੀ ਤਰ੍ਹਾਂ ਪਕਾ ਲਈ। ਸੋ ਹੋਆ ਪਰਵਾਨ। ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ, ਕਬੂਲ ਪੈ ਗਿਆ, ਕਿਉਂਕਿ ਉਹਦੇ ਨਾਲ ਜੱਫੇ ਨਹੀਂ ਮਾਰ। ਉਹਨੂੰ ਗੁਰੂ ਕੀ ਇਹ ਗੱਲ ਯਾਦ ਹੈ
कि ये जिहड़ी दौलत है ते गुजरान है, ये साडे गुजारे वास्ते है, ना कि जफे मारने। नानक जे को आप गणाइंदा, नानक जी फरमाते जे को, जे कोई बंदा इन्हां पदार्थां करके, इन्हां पदवियां करके अपने आप नूं गणाइंदा, कुछ जणाउण दा यतन करदा, वड्डा खवांदा, मान करदा। पातशाह ने क्या, जब ये मन में करत गुमाना, तब ये बाबर फिरत बेगाना। जब ये जाने मैं किछ करता, तब लग गर्भ जोन में फिरता। जब तारे को बैरी मीत, तब लग नीचल नाही जीत। जब लग मोह मगन संग माए, तब लग धर्म राय दे सजाए। नानक जे को आप गणाइंदा, वड्डा होआ दुनीदार। गल संगल घट चलाया, अगे करनी कीरत वाचीए। बह लेखा कर समझाया, थाओ ना होवी पाउंदे। हुण सुनिए क्या रू आया, मन अंधे जन्म गवाया। लो हुण 3 पंक्तियां ने, इनू बार बार किन्नी बार पढ़ी। भाई गिनती मिनती की गल नहीं, जो कुछ गुरु साहब ने कहा उन्होंने समझिए। ये सब किछ आवन जान है, जेता है आकार। जिन ए लेखा लिखिया, सो होआ परवान। नानक जे को आप गणाइंदा, सो मूर्ख गावार। वो मूर्ख है, वो बेअकल है, उन्होंने कोई अकलमंद नहीं है। कई विद्वाना ने गवार दे अर्थ गवाल कर दिते। इंद्रियां रूपी गऊआं नूं चुगाउण वाला, इंद्रियां रूपी गऊआं नूं पट्ठे पाउण वाला। ये अगां तां विद्वानां दी विद्वता है, किसी ने किसी पासे किसी, पर असीं आम तौर पर ये अखर वरते हैं, तू मूर्ख है, तू गवार है। तो गल की इन्हां 3 पंक्तियां विच किड्डा वड्डा ज्ञान है। हुण महाराज अधूरी गल नहीं करते, सानू तरीका भी दसते हैं। महला तीजा, मन कुंचर पीलक गुरु। ज्ञान कुंडा जां खिंचे तां जाए। आख्या ये मन हाथी वर्गा। हाथी कौन नहीं जानता, जदों जंगल विच हुंदा है, मर्जी नाल टीठने मार, कदे उधर जांदा कदे उधर। पर जदों सिर ते महावत दा कुंडा आ जाए, फिर उन्होंने कुंडे थले रहना पे। कैसे सुंदर तरीके ना समझाए। मन कुंचर पीलक गुरु। पीलक दा अखरी अर्थ महावत है, क्योंकि हाथी नूं फील भी कहते हैं, ते फील नूं कंट्रोल करने वाला महावत। भाई मन हाथी वर्गा है ते गुरु महावत। ते जे ए मन रूपी हाथी ज्ञान कुंडा, गुरु के ज्ञान रूपी कुंडे थले आ जाए, भाव अपनी मर्जी छड्ड के जो गुरु कहे उन्होंने सत करके मन, फिर उसकी अपनी मर्जी खत्म हो जाए। हस्ती सिर ज्यों अंकुश है, ऐरन ज्यों सिर दे। मन तन आगे राख के, ऊ भी सेव करे। यों गुरमुख आप निवारिए, सब राज सृष्ट काले। नानक गुरमुख बुझिए, जां आपे नदर करे। मन कुंचर पीलक गुरु, ज्ञान कुंडा जां खिंचे तां जाए। बस फिर हाथी रूपी मन गुरु रूपी पीलक महावत दी मर्जी अनुसार ਉਹਦੇ ज्ञान रूपी कुंडे थले आ जाए, फिर वो अपनी मर्जी नहीं करते। नानक हस्ती कुंडे बाहरा, फिर उजड़ पाए। नानक जी फरमाते जिस तरह हाथी आम महावत, आम साडा मुहावरा है
ਸਿਰ ਤੇ ਨਾ ਹੋਵੇ ਕੁੰਡਾ ਤੇ ਹਾਥੀ ਫਿਰੇ ਲੁੰਡਾ। ਮਨ ਦੀ ਇਹੀ ਹਾਲਤ, ਜੇ ਇਹਦੇ ਸਿਰ ਤੇ ਕੋਈ ਕੰਟਰੋਲ ਕਰਨ ਵਾਲਾ ਨਾ ਹੋਵੇ। ਪਤਾ ਨਹੀਂ ਕਿੰਨੇ ਲੋਕਾਂ ਨੇ ਆਪਣੀ ਜ਼ਿੰਦਗੀ ਗਰਕ ਕਰ ਲਈ, ਨਸ਼ੇ ਪੀ ਕੇ, ਭੈੜੀ ਸੰਗਤ ਵਿੱਚ ਬਹਿ ਕੇ ਆਪਣਾ ਜੀਵਨ ਬਰਬਾਦ ਕਰ ਲਿਆ, ਆਪਣੇ ਪਰਿਵਾਰ ਨੂੰ ਖੂਹ ਵੀ ਧੱਕਾ ਦੇ ਦਿੱਤਾ। ਕਹਿਣ ਦਾ ਮਤਲਬ, ਜੇ ਉਹ ਗੁਰੂ ਦੇ ਗਿਆਨ ਰੂਪੀ ਕੁੰਡੇ ਥੱਲੇ ਆ ਜਾਣ ਤੇ ਉਹਨਾਂ ਦਾ ਜੀਵਨ ਸਫਲ ਹੋ ਜਾਏ। ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜਾਂ ਖਿੰਚੇ ਤਾਂ ਜਾਏ। ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਉਜੜ ਪਾਏ। ਫਿਰ ਉਜੜੇ ਜਾਂਦਾ, ਭਾਵ ਮੁੜ ਮੁੜ ਕੇ ਕੁਰਾਹੇ ਪੈਂਦਾ। ਲਓ, ਪੌੜੀ ਵਿੱਚ ਪਾਤਸ਼ਾਹ ਨੇ ਨਿਚੋੜ ਕੱਢਿਆ। ਆਖਿਆ, ਭਾਈ ਸਾਡੇ ਵੱਸ ਦੀ ਗੱਲ ਨਹੀਂ, ਕੀ ਕਰੋ? ਤਿਸ ਆਗੇ ਅਰਦਾਸ। ਹੁਣ ਅਰਦਾਸ ਦੇ ਸੱਸੇ ਨੂੰ ਸਿਆਰੀਏ। ਤਿਸ ਉਸ ਪਰਮਾਤਮਾ ਅੱਗੇ ਅਰਦਾਸ ਕਰੋ, ਜਿਨ ਉਪਾਇਆ, ਜਿਸ ਨੇ ਸਾਨੂੰ ਪੈਦਾ ਕੀਤਾ, ਤਥਾ ਜਿਸ ਨੇ ਮਾਇਆ ਬਣਾਈ ਹੈ, ਜਿਸ ਨੇ ਦੂਜਾ ਭਾਵ ਪੈਦਾ ਕੀਤਾ। ਤਿਸ ਆਗੇ ਅਰਦਾਸ ਜਿਨ ਉਪਾਇਆ, ਸਤਿਗੁਰ ਆਪਣਾ ਸੇਵ ਸਭ ਫਲ ਪਾਇਆ। ਆਪਣੇ ਗੁਰੂ ਦੀ ਸੇਵਾ ਕਰਕੇ, ਭਾਵ ਆਪਣੇ ਗੁਰੂ ਦੇ ਕਹੇ ਵਿੱਚ ਚੱਲ ਕੇ ਸਭ ਫਲ ਪਾਏ। ਇਸ ਲਈ ਬਾਣੀ 'ਚ ਲਿਖਿਆ, ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਭਾਈ ਗੁਰੂ ਦੀ ਸੇਵਾ ਕੀ ਹੈ? ਗੁਰੂ ਦੇ ਕਹੇ ਅਨੁਸਾਰ ਚੱਲ। ਸਤਿਗੁਰ ਆਪਣਾ ਸੇਵ ਸਭ ਫਲ ਪਾਇਆ। ਉਹਨਾਂ ਦਾ ਧਰਮ, ਅਰਥ, ਕਾਮ, ਮੋਹ ਸਾਰੇ ਫਲ ਮਿਲਦੇ। ਉਹ ਆਪਣਾ ਜੀਵਨ ਸਫਲ ਕਰ ਲੈਂਦੇ, ਕਿਉਂਕਿ ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ। ਉਹ ਗੁਰੂ ਦੇ ਉਪਦੇਸ਼ ਰਾਹੀਂ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਸਦਾ ਉੱਠਦਿਆਂ, ਬਹਿੰਦਿਆਂ, ਤੁਰਦਿਆਂ, ਫਿਰਦਿਆਂ ਧਿਆਨ ਵਿੱਚ ਰੱਖਦੇ। ਸੰਤ ਜਨਾਂ ਕੈ ਸੰਗ ਦੁੱਖ ਮਿਟਾਇਆ। ਉਹ ਸੰਤਾਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਉਹ ਮਾੜੇ ਕੰਮਾਂ ਤੋਂ ਬਚ ਜਾਂਦੇ ਨੇ ਤੇ ਉਹਨਾਂ ਦੇ ਸਾਰੇ ਦੁੱਖ ਖਤਮ ਹੋ ਜਾਂਦੇ, ਭਾਵ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਮਿਟ ਜਾਂਦਾ। ਨਾਨਕ ਭਏ ਅਚਿੰਤ ਹਰ ਧਨ ਨੇ ਚਲਾਇਆ। ਨਾਨਕ ਜੀ ਫਰਮਾਉਂਦੇ ਨੇ, ਜਿਹੜੇ ਹਰੀ ਦੇ ਨਾਮ ਰੂਪੀ ਧਨ ਨੂੰ, ਜੋ ਸਦਾ ਨਿਚਲ ਰਹਿਣ ਵਾਲਾ, ਜਿਹਦਾ ਕਦੇ ਨਾਸ਼ ਨਹੀਂ ਹੁੰਦਾ, ਜਿਹਨੂੰ ਚੋਰ ਲੁੱਟ ਨਹੀਂ ਸਕਦੇ, ਅੱਗ ਸਾੜ ਨਹੀਂ ਸਕਦੀ, ਪਾਣੀ ਗਾਲ ਨਹੀਂ ਸਕਦਾ, ਇਹ ਹੈ ਨਾਮ ਰੂਪੀ ਧਨ। ਨਾਨਕ ਭਏ ਅਚਿੰਤ ਹਰ ਧਨ ਨੇ ਚਲਾਇਆ। ਜਿਨ੍ਹਾਂ ਨੇ ਹਰੀ ਦਾ ਧਨ, ਜੋ ਨੇਚਲ ਸਦਾ ਕਾਇਮ ਰਹਿਣ ਵਾਲਾ, ਉਹਨੂੰ ਪ੍ਰਾਪਤ ਕਰ ਲਿਆ, ਉਹ ਸਦਾ ਸੁਖੀ ਹੋ ਗਏ ਹਨ। ਤੋ ਪਾਤਸ਼ਾਹ ਨੇ ਛੋਟੇ ਛੋਟੇ ਸਲੋਕਾਂ ਵਿੱਚ ਕਿੰਨੀਆਂ ਵੱਡੀਆਂ ਗੱਲਾਂ ਸਾਨੂੰ ਸਮਝਾਈਆਂ, ਪਰ ਅਸੀਂ ਪੜ੍ਹੀ ਜਾ ਰਹੇ ਹਾਂ ਅਤੇ ਛੱਡੀ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਹੇ ਹਾਂ, ਮੱਥਾ ਟੇਕ ਰਹੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਜੋ ਸਿੱਖਿਆ ਦਿੰਦੇ ਨੇ ਉਹ ਨਹੀਂ ਮੰਨ ਰਹੇ। ਜੇ ਮੰਨ ਲਈਏ ਤੇ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।